ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਹੜਾ 11ਵੀਂ ਜਮਾਤ ਦੀ ਪੰਜਾਬੀ ਦੀ ਲਾਜ਼ਮੀ ਪਾਠ ਪੁਸਤਕ ਜਿਹੜੀ ਹੈਗੀ ਹੈ, ਜਿਸ ਦੇ ਵਿੱਚ ਪਹਿਲਾ ਭਾਗ ਲੋਕ ਸਾਹਿਤ ਦਾ ਲੱਗਾ ਹੋਇਆ, ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਸੁਹਾਗ ਜਿਹੜਾ ਆ ਉਹ ਅਸੀਂ ਪੜ੍ਹਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਅੱਜ ਜਿਹੜੀ ਇਹਦੀ ਵੀਡੀਓ ਹੈ ਉਹਦੇ ਵਿੱਚ ਲੋਕ ਸਾਹਿਤ ਬਾਰੇ ਹੀ ਗੱਲ ਕਰਾਂਗੇ ਕਿ ਲੋਕ ਸਾਹਿਤ ਕਿਸ ਨੂੰ ਕਿਹਾ ਜਾਂਦਾ ਹੈ ਔਰ ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਦੇ ਵਿੱਚ ਕੀ ਅੰਤਰ ਹੈ। ਸਾਹਿਤ ਕਿਹੜੇ ਸ਼ਬਦਾਂ ਤੋਂ ਬਣਿਆ, ਇਹਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਜਿਹੜੀ ਹੈ ਉਹ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਅਗਲੀ ਵੀਡੀਓਜ਼ ਦੇ ਵਿੱਚ ਅਸੀਂ ਜਿਹੜਾ ਆ ਉਹ ਸੁਹਾਗ ਦੇ ਬਾਰੇ ਗੱਲ ਕਰਾਂਗੇ, ਸੁਹਾਗ ਕੀ ਹੁੰਦਾ ਹੈ ਔਰ ਜਿੰਨੇ ਵੀ ਸੁਹਾਗ ਇਸ ਪਾਠ ਪੁਸਤਕ ਵਿੱਚ ਲੱਗੇ ਹੋਏ ਨੇ ਉਹਨਾਂ ਨਾਲ ਸੰਬੰਧਿਤ ਅਗਲੀ ਵੀਡੀਓਜ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਸੋ ਅੱਜ ਅਸੀਂ ਜਿਹੜਾ ਆ ਉਹ ਸਾਹਿਤ, ਲੋਕ ਸਾਹਿਤ ਨੂੰ ਸਮਝਣ ਤੋਂ ਪਹਿਲਾਂ ਸਾਹਿਤ ਦੇ ਅਰਥ ਜਿਹੜੇ ਨੇ ਉਹ ਜ਼ਰੂਰ ਜਾਣਾਂਗੇ ਕਿ ਸਾਹਿਤ ਅਸਲ ਵਿੱਚ ਕਿਸ ਰਚਨਾ ਨੂੰ ਕਿਹਾ ਜਾਂਦਾ ਹੈ ਔਰ ਉਹ ਤੋਂ ਅੱਗੇ ਜਿਹੜਾ ਆ ਲੋਕ ਸਾਹਿਤ ਦਾ ਕੀ ਅਰਥ ਹੈਗਾ ਆ। ਹਾਂਜੀ, ਸਾਹਿਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਹਿਤ ਜਿਹੜਾ ਆ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਸਾ ਪਲੱਸ ਹਿਤ। ਉਹ ਰਚਨਾ ਜਿਹਦੇ ਵਿੱਚ ਆਮ ਲੋਕਾਂ ਦਾ ਜਿਹੜਾ ਕਲਿਆਣ ਹੈ ਉਹ ਛੁਪਿਆ ਹੁੰਦਾ ਹੈ। ਜੇਕਰ ਸ਼ਬਦਿਕ ਅਰਥਾਂ ਦੀ ਇਹਨਾਂ ਦੀ ਗੱਲ ਕਰੀਏ ਤਾਂ ਸਾਹਿਤ ਉਹ ਰਚਨਾ ਆ ਜਿਸ ਦੇ ਵਿੱਚ ਜੋ ਸਾਡੇ ਕੋਮਲ ਭਾਵਨਾਵਾਂ ਦੀ ਸੁਹਜਮਈ ਜਿਹੜੀ ਅਭਿਵਿਅਕਤੀ ਕਰਦਾ ਹੈ, ਕੋਮਲ ਭਾਵਨਾਵਾਂ ਦਾ ਸੁਹਜਮਈ ਪ੍ਰਗਟਾ ਕਰਦਾ ਹੈ। ਇਸ ਤਰ੍ਹਾਂ ਦੀ ਰਚਨਾ ਹੁੰਦੀ ਹੈ ਸਾਹਿਤ, ਜਿਸ ਦੇ ਵਿੱਚ ਸਾਰੀਆਂ ਹੀ ਸਾਰਥਿਕ ਕਲਾਤਮਿਕ ਅਭਿਵਿਅਕਤੀਆਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਜਾਂਦੀਆਂ ਨੇ, ਜੋ ਮਨੁੱਖ ਨੂੰ ਸੁਹਜ ਸਵਾਦ ਦਿੰਦੀਆਂ ਨੇ, ਜੀਵਨ ਲਈ ਅਗਵਾਈ ਕਰਦੀਆਂ ਨੇ। ਭਾਵ ਕਿ ਸਾਹਿਤ ਉਹ ਰਚਨਾ ਆ ਜਿਹੜੀ ਜਿਸ ਤੋਂ ਮਨੁੱਖ ਜਿਹੜਾ ਆ ਆਨੰਦ ਦੇ ਨਾਲ ਨਾਲ ਜਿਹੜਾ ਉਹ ਗਿਆਨ ਵੀ ਹਾਸਲ ਕਰਦਾ ਹੈ। ਭਾਵ ਜਿੱਥੇ ਸਾਹਿਤ ਸਾਨੂੰ ਗਿਆਨ ਦੇ ਰਿਹਾ ਉੱਥੇ ਨਾਲ ਨਾਲ ਉਹ ਗਿਆਨ ਨੀਰਸ ਨਹੀਂ ਹੈ, ਬਲਕਿ ਉਹ ਜਿਹੜਾ ਆ ਸੁਹਜ ਸਵਾਦ ਨਾਲ ਭਰਪੂਰ ਗਿਆਨ ਹੁੰਦਾ ਹੈ। ਸੋ ਸਾਹਿਤ ਜਿਹੜਾ ਸਤਿਅਮ ਸ਼ਿਵਮ ਸੁੰਦਰਮ ਦੀ ਜਿਹੜੀ ਉਹ ਪੂਰੀ ਤਰੀਕੇ ਦੇ ਨਾਲ ਜਿਹੜਾ ਇਸ ਤਰ੍ਹਾਂ ਦੀ ਭਰਪੂਰ ਇਹਨਾਂ ਚੀਜ਼ਾਂ ਦੇ ਨਾਲ ਰਚਨਾ ਹੁੰਦੀ ਹੈ, ਜਿਸ ਦੇ ਵਿੱਚ ਸੱਚ ਦੀ ਅਭਿਵਿਅਕਤੀ ਹੁੰਦੀ ਹੈ, ਜੋ ਮਨੁੱਖ ਨੂੰ ਅਗਵਾਈ ਦਿੰਦਾ ਹੈ, ਜੋ ਮਨੁੱਖ ਨੂੰ ਜਿਹੜਾ ਆ ਉਸ ਕੋਮਲ ਭਾਵਨਾਵਾਂ ਦੀ ਜਿਹੜੀ ਅਭਿਵਿਅਕਤੀ ਕਰਦਾ ਹੈ। ਸਾਹਿਤ ਦੀ ਜੇਕਰ ਗੱਲ ਕਰੀਏ ਤਾਂ ਸਾਹਿਤ ਅੱਗੋਂ ਜਿਹੜਾ ਆ ਅਸੀਂ ਦੋ ਭਾਗਾਂ ਦੇ ਵਿੱਚ ਸਾਹਿਤ ਨੂੰ ਵੰਡਦੇ ਹਾਂ, ਸਾਹਿਤ ਰੂਪਾਂ ਨੂੰ। ਇੱਕ ਹੈਗੇ ਨੇ ਲਿਖਤ, ਜਿਸ ਨੂੰ ਅਸੀਂ ਕਲਾ ਸਾਹਿਤ ਕਹਿੰਦੇ ਹਾਂ ਜਾਂ ਜਿਸ ਨੂੰ ਅਸੀਂ ਵਿਸ਼ਿਸ਼ਟ ਸਾਹਿਤ ਦਾ ਨਾਮ ਦਿੰਦੇ ਹਾਂ। ਦੂਜਾ ਹੈਗਾ ਲੋਕ ਸਾਹਿਤ, ਜਿਸ ਦੇ ਵਿੱਚ ਜਿਹੜਾ ਆ ਉਹ ਮੌਖਿਕ ਰੂਪ ਵਿੱਚ ਜੋ ਸਾਡੇ ਕੋਲ ਆਉਂਦਾ ਹੈ ਅਤੇ ਪੁਸ਼ਤ ਦਰ ਪੁਸ਼ਤ ਅੱਗੇ ਜਿਹੜਾ ਆ ਉਹ ਸਮੁੱਚੀ ਜਾਤੀ ਨਾਲ ਸਾਂਝਾ ਹੋਣ ਕਰਕੇ ਅੱਗੇ ਤੁਰਦਾ ਜਾਂਦਾ ਹੈ ਅਤੇ ਲੋਕ ਸਾਹਿਤ ਅਖਵਾਉਂਦਾ ਆ। ਹੁਣ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੋਹਾਂ ਸਾਹਿਤ ਰੂਪਾਂ ਦੀ ਕਿ ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਦੇ ਵਿੱਚ ਅੰਤਰ ਕੀ ਹੈ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਦੇ ਅਰਥਾਂ ਨੂੰ ਜਾਣਨਾ ਹੋਏਗਾ ਔਰ ਇਹਨਾਂ ਦਾ ਜਿਹੜਾ ਆ ਉਹ ਅਰਥ ਸਮਝਣਾ ਹੋਏਗਾ ਕਿ ਮਤਲਬ ਇਹ ਹੈ ਕੀ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਲੋਕ ਸਾਹਿਤ ਦੀ, ਫਿਰ ਇਹਨਾਂ ਦੇ ਅੰਤਰ ਦੀ ਗੱਲ ਕਰਾਂਗੇ। ਲੋਕ ਸਾਹਿਤ ਉਹ ਸਾਹਿਤ ਹੈ ਜੋ ਲੋਕਾਂ ਦੁਆਰਾ ਸਿਰਜਿਆ ਜਾਂਦਾ ਹੈ ਅਤੇ ਜਿਹੜਾ ਆ ਉਹ ਜਿਨ੍ਹਾਂ ਵਿੱਚ ਲੋਕ ਮਾਨਸ ਦੀ ਕਲਾਤਮਿਕ ਅਭਿਵਿਅਕਤੀ ਹੁੰਦੀ ਹੈ। ਭਾਵ ਕਿ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਲੋਕਾਂ ਦੇ ਮਨ ਦੇ ਵਿੱਚ ਜੋ ਵਲਵਲੇ ਨੇ, ਜੋ ਵਿਚਾਰ ਨੇ, ਜੋ ਵੀ ਉਹਨਾਂ ਦੀਆਂ ਮਤਲਬ ਫੀਲਿੰਗਸ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿ ਦਿੰਦੇ ਹਾਂ, ਜੋ ਉਹਨਾਂ ਦੀਆਂ ਭਾਵਨਾਵਾਂ ਨੇ, ਉਹਨਾਂ ਦੀ ਕਲਾਤਮਿਕ ਭਾਵ ਕਲਾ ਦੇ ਪੱਖ ਤੋਂ, ਜਿਹਦੇ ਵਿੱਚ ਸਾਰੇ ਕਲਾਤਮਿਕ ਗੁਣ ਸ਼ਾਮਿਲ ਹੁੰਦੇ ਨੇ, ਜਿਹਦੇ ਵਿੱਚ ਰਸ, ਲੈਅ, ਤਾਲ ਜਿਹੜਾ ਉਹ ਸਭ ਕੁਝ ਸ਼ਾਮਿਲ ਹੁੰਦਾ ਹੈ ਔਰ ਅਭਿਵਿਅਕਤੀ ਭਾਵ ਉਹਦੀ ਜਿਹੜੀ ਹੈ ਉਹ ਪੇਸ਼ਕਾਰੀ ਹੋਈ ਮਿਲਦੀ ਹੈ, ਮਨੁੱਖ ਦੀਆਂ ਆਪਣੀਆਂ ਭਾਵਨਾਵਾਂ ਦੀ ਪੇਸ਼ਕਾਰੀ ਹੋਈ ਮਿਲਦੀ ਹੈ ਲੋਕ ਸਾਹਿਤ ਦੇ ਵਿੱਚ। ਠੀਕ ਹੈ। ਸੋ ਵਿਸ਼ਿਸ਼ਟ ਸਾਹਿਤ ਕੀ ਹੈ, ਜੋ ਅੰਗਰੇਜ਼ੀ ਦੇ ਲਿਟਰੇਚਰ ਦਾ ਪੰਜਾਬੀ ਅਨੁਵਾਦ ਹੈ, ਜਿਸ ਦਾ ਅਰਥ ਹੈ ਲਿਖ ਕੇ ਵਿਚਾਰ ਪੇਸ਼ ਕਰਨਾ। ਇਹ ਐਸੀ ਲਿਖਤ ਜਿਹੜੀ ਹੈ ਉਹ ਹੁੰਦੀ ਹੈ ਜੋ ਮਨੁੱਖ ਨੂੰ ਗਿਆਨ ਦੇ ਨਾਲ ਨਾਲ ਜਿਹੜਾ ਆ ਉਹ ਉਹਦੇ ਜੀਵਨ ਦੀ ਅਗਵਾਈ ਵੀ ਪੇਸ਼ ਕਰਦੀ ਹੈ। ਸੋ ਜਿਹੜਾ ਵਿਸ਼ਿਸ਼ਟ ਸਾਹਿਤ ਅਤੇ ਲੋਕ ਸਾਹਿਤ ਦੇ ਵਿੱਚ ਵੱਡਾ ਫਰਕ ਕੀ ਹੈ, ਜਿੱਥੇ ਸਾਡੇ ਕੋਲ ਜਿਹੜਾ ਆ ਉਹ ਲੋਕ ਸਾਹਿਤ ਜਿਹੜਾ ਆ ਉਹ ਲਿਖਤ ਰੂਪ ਵਿੱਚ ਨਹੀਂ ਮਿਲਦਾ, ਬਲਕਿ ਮੌਖਿਕ ਰੂਪ ਵਿੱਚ ਹੁੰਦਾ ਔਰ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦਾ ਰਹਿੰਦਾ ਆ। ਔਰ ਇਹਦਾ ਸਭ ਤੋਂ ਵੱਡਾ ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਕਿ ਇਹਦੇ ਲੇਖਕ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ ਔਰ ਇਹ ਮਤਲਬ ਇਹਦਾ ਕੋਈ ਅਗਿਆਤ ਵਿਅਕਤੀ ਹੀ ਇਸ ਦਾ ਲੇਖਕ ਹੁੰਦਾ ਹੈ। ਅਤੇ ਹੌਲੀ ਹੌਲੀ ਜਦੋਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਉਹ ਰਚਨਾਵਾਂ ਅੱਗੇ ਅੱਗੇ ਚੱਲਦੀਆਂ ਨੇ ਅਤੇ ਉਹਨਾਂ ਵਿੱਚ ਜਿਹੜਾ ਪਰਿਵਰਤਨਸ਼ੀਲਤਾ ਬਣੀ ਰਹਿੰਦੀ ਹੈ, ਉਹ ਨਿੱਤ ਨਵਾਂ ਬਣਿਆ ਰਹਿੰਦਾ ਅਤੇ ਅੱਗੇ ਅੱਗੇ ਜਿਹੜਾ ਉਹ ਚੱਲਦਾ ਰਹਿੰਦਾ ਹੈ। ਪਰ ਜਿਹੜਾ ਵਿਸ਼ਿਸ਼ਟ ਸਾਹਿਤ ਹੈ ਉਹ ਇਸ ਤੋਂ ਬਿਲਕੁਲ ਹੀ ਜਿਹੜਾ ਆ ਉਹ ਅਲੱਗ ਸਾਹਿਤ ਹੈ, ਜਿਸ ਦੇ ਵਿੱਚ ਜਿਹੜਾ ਆ ਆਮ ਮਨੁੱਖ ਦੀਆਂ ਜਿਹੜੀਆਂ ਨਿੱਜੀ ਅਨੁਭਵ ਨੇ ਔਰ ਇਸ ਤੋਂ ਇਲਾਵਾ ਜਿਹੜਾ ਜੋ ਇੱਕ ਲੇਖਕ ਦੀ ਆਪਣਾ ਨਿੱਜੀ ਅਨੁਭਵ ਅਤੇ ਸਮਾਜਿਕ ਅਨੁਭਵ ਦੋਨਾਂ ਨੂੰ ਮਿਲਾ ਕੇ ਜੋ ਕੁਝ ਵੀ ਰਚਨਾਵਾਂ ਰਚੀਆਂ ਜਾਂਦੀਆਂ ਨੇ ਵਿਸ਼ਿਸ਼ਟ ਸਾਹਿਤ ਦੇ ਅੰਤਰਗਤ ਆਉਂਦੀਆਂ ਨੇ। ਔਰ ਵਿਸ਼ਿਸ਼ਟ ਸਾਹਿਤ ਜਿਹੜਾ ਹੈਗਾ ਆ ਇਹਦੇ ਵਿੱਚ ਲੇਖਕ ਦਾ ਜਿਹੜਾ ਉਹਦੇ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਕਿ ਇਹ ਰਚਨਾ ਜਿਹੜੀ ਉਹ ਕਿਸ ਦੁਆਰਾ ਰਚੀ ਗਈ ਹੈ। ਇਸ ਤੋਂ ਇਲਾਵਾ ਜਿਹੜਾ ਆ ਉਹ ਲੋਕ ਸਾਹਿਤ ਵੀ ਵਿਸ਼ਿਸ਼ਟ ਸਾਹਿਤ ਦਾ ਪ੍ਰੇਰਕ ਬਣਦਾ ਆ। ਭਾਵ ਵਿਸ਼ਿਸ਼ਟ ਸਾਹਿਤ ਨੂੰ ਰਚਣ ਲਈ ਬਹੁਤ ਸਾਰੇ ਲੋਕ ਸਾਹਿਤ ਦੀ ਜਿਹੜੀ ਹੈ ਸਮੱਗਰੀ ਜਿਹੜੀ ਅਪਣਾ ਲਈ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਦੋਨੋਂ ਹੀ ਸਾਹਿਤ ਦੇ ਮਹੱਤਵਪੂਰਨ ਰੂਪ ਨੇ
ਪਰ ਅਸੀਂ ਗੱਲ ਜਿਹੜੀ ਹੈ ਇਸ ਵੀਡੀਓ ਦੇ ਵਿੱਚ ਜ਼ਿਆਦਾਤਰ ਲੋਕ ਸਾਹਿਤ ਦੀ ਕਰਾਂਗੇ। ਲੋਕ ਸਾਹਿਤ ਨੂੰ ਇੱਕ ਵਾਰੀ ਦੁਬਾਰਾ ਜਿਹੜਾ ਹੈ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਵਿਸ਼ਿਸ਼ਟ ਸਾਹਿਤ ਤੇ ਲੋਕ ਸਾਹਿਤ ਨਾਲ ਥੋੜ੍ਹਾ ਜਿਹਾ ਅਸੀਂ ਅੰਤਰ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਵਿਸ਼ਿਸ਼ਟ ਸਾਹਿਤ ਵਿੱਚ ਜਿਹੜਾ ਲੇਖਕ ਦਾ ਸਾਨੂੰ ਪਤਾ ਹੁੰਦਾ ਹੈ, ਲੋਕ ਸਾਹਿਤ ਵਿੱਚ ਅਗਿਆਤ ਵਿਅਕਤੀ ਹੁੰਦਾ ਹੈ। ਔਰ ਜਿਹੜਾ ਆ ਉਹ ਵਿਸ਼ਿਸ਼ਟ ਸਾਹਿਤ ਹਮੇਸ਼ਾ ਹੀ ਜੋ ਇੱਕ ਵਾਰੀ ਰਚਨਾ ਰਚੀ ਗਈ ਉਹਦੇ ਵਿੱਚ ਆਪਾਂ ਪਰਿਵਰਤਨ ਨਹੀਂ ਲਿਆ ਸਕਦੇ, ਪਰ ਲੋਕ ਸਾਹਿਤ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਦੇ ਉਹਦੇ ਵਿੱਚ ਕਾਫੀ ਕੁਝ ਨਵਾਂ ਜੁੜਦਾ ਰਹਿੰਦਾ ਹੈ, ਕੁਝ ਪੁਰਾਣਾ ਮਿਟ ਜਾਂਦਾ ਹੈ, ਕੁਝ ਹੋਰ ਨਵਾਂ ਜੁੜ ਜਾਂਦਾ ਹੈ। ਇਹ ਨਿੱਤ ਨਵਾਂ ਬਣਿਆ ਰਹਿੰਦਾ ਹੈ। ਇਹਦੇ ਵਿੱਚ ਲੋਕਾਂ ਦੇ ਆਮ ਜੀਵਨ ਦੀ, ਲੋਕਾਂ ਦੀ ਆਮ ਜਿਹੜੀਆਂ ਰੁਚੀਆਂ ਦੀ ਅਭਿਵਿਅਕਤੀ ਹੁੰਦੀ ਹੈ, ਔਰ ਇਹਦੇ ਵਿੱਚ ਲੇਖਕ ਦਾ ਨਿੱਜੀ ਅਨੁਭਵ ਜਾਂ ਸਮਾਜਿਕ ਅਨੁਭਵ ਜਿਹੜਾ ਉਹ ਪੇਸ਼ ਹੋਇਆ ਮਿਲਦਾ ਹੈ। ਸੋ ਗੱਲ ਕਰਦੇ ਹਾਂ ਲੋਕ ਸਾਹਿਤ ਦੀ। ਦੱਸੋ ਲੋਕ ਸਾਹਿਤ ਦੀ ਜਿਹੜੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਾਹਿਤ ਸਮੇਂ ਨਾਲ ਬੱਝਾ ਨਹੀਂ ਹੁੰਦਾ, ਸਗੋਂ ਨਿਰੰਤਰ ਜਿਹੜਾ ਆ ਉਹ ਚੱਲਦਾ ਰਹਿੰਦਾ ਹੈ। ਔਰ ਕਿਸੇ ਮੂਲ ਰਚਨਾ ਭਾਵੇਂ ਕਿਸੇ ਵਿਅਕਤੀ ਨੇ ਵੀ ਕੀਤੀ ਹੋਵੇ, ਪਰ ਉਹ ਮੂੰਹੋਂ ਤੁਰਦੀ, ਰੂਪ ਵਟਾਉਂਦੀ ਔਰ ਜਿਹੜੀ ਹੈ ਉਹ ਅੱਗੇ ਤੁਰਦੀ ਜਾਂਦੀ ਹੈ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਮਾਂਜਿਆ ਸਵਾਰਿਆ ਜਾਂਦਾ ਉਸ ਲਿਖਤ ਨੂੰ, ਔਰ ਫਿਰ ਸਮੁੱਚੀ ਜਾਤੀ ਦੀ ਉਹ ਕਿਰਤ ਬਣ ਜਾਂਦੀ ਹੈ। ਸੋ ਲੋਕ ਸਾਹਿਤ ਜਿਹੜਾ ਆ ਉਹ ਸੰਚਾਰ ਬੋਲੀ ਵਿੱਚ ਬੱਝਾ ਹੋਇਆ ਹੁੰਦਾ ਹੈ, ਪਰ ਮੌਖਿਕ ਬੋਲੀ ਵਿੱਚ ਬੱਝਾ ਹੋਇਆ ਹੁੰਦਾ ਹੈ, ਔਰ ਸਮੁੱਚੀ ਜਾਤੀ ਦੇ ਸਾਂਝਾ ਹੋਣ ਕਰਕੇ ਜਿਹੜਾ ਕੀ ਅਖਵਾਉਂਦਾ ਆ, ਲੋਕ ਸਾਹਿਤ ਅਖਵਾਉਂਦਾ ਆ। ਠੀਕ ਹੈ। ਸੋ ਲੋਕ ਸਾਹਿਤ ਜਿਹੜਾ ਆ ਇੱਕ ਸਦੀਵੀ ਸਾਹਿਤ ਹੈ ਜੋ ਅਮੁੱਕ ਪ੍ਰਭਾਵ ਪਰੰਪਰਾ ਤੋਂ ਪੈਂਡੇ ਮਾਰਦਾ ਹੋਇਆ ਨਵਾਂ ਨਿਰੋਆ ਚੱਲਦਾ ਅੱਗੇ ਤੁਰਦਾ ਜਾਂਦਾ ਹੈ। ਇਸ ਵਿੱਚ ਜਨਮ ਮਰਨ ਵਿਆਹ ਜਿਹੜੇ ਗੀਤ ਨੇ ਉਹ ਸਹਿਜ ਸੁਭਾਅ ਹੀ ਰਚੇ ਜਾਂਦੇ ਨੇ। ਲੋਕ ਸਾਹਿਤ ਕਦੀ ਵੀ ਮਨ ਦੇ ਉੱਪਰ ਪ੍ਰਭਾਵ ਪਾ ਕੇ ਨਹੀਂ ਰਚਿਆ ਜਾਂਦਾ, ਬਲਕਿ ਜਿਹੜਾ ਹੈ ਸਹਿਜ ਸੁਭਾਅ ਹੀ ਇਸ ਦੀ ਜਿਹੜੀ ਹੈ ਉਹ ਰਚਨਾ ਹੋ ਜਾਂਦੀ ਹੈ। ਇਹਦੇ ਵਿੱਚ ਸਮੁੱਚੀ ਜਾਤੀ ਦਾ ਅਨੁਭਵ ਹੁੰਦਾ ਹੈ, ਸਮੁੱਚੀ ਜਾਤੀ ਦੇ ਜੋ ਉਹਦਾ ਰਹਿਣ ਸਹਿਣ ਹੈ, ਜੋ ਉਹਦੇ ਢੰਗ ਨੇ, ਜਨਮ ਤੋਂ ਲੈ ਕੇ ਮੌਤ ਤੱਕ ਦੇ ਜਿੰਨਾ ਵੀ ਸਫ਼ਰ ਉਹਦੇ ਵਿੱਚ ਜਿੰਨੇ ਰੀਤੀ ਰਿਵਾਜ ਨੇ, ਜੋ ਕੁਝ ਵੀ ਉਹ ਸਾਰਾ ਕੁਝ ਲੋਕ ਸਾਹਿਤ ਵਿੱਚ ਰਚਿਆ ਜਾਂਦਾ ਹੈ, ਔਰ ਲੋਕ ਆਪਣੇ ਆਪ ਇਸ ਦੀ ਰਚਨਾ ਕਰਦੇ ਨੇ। ਜੇਕਰ ਅਸੀਂ ਥੋੜ੍ਹੇ ਸ਼ਬਦਾਂ ਵਿੱਚ ਇਹਨੂੰ ਸਮਝਣਾ ਹੋਵੇ ਜਾਂ ਥੋੜ੍ਹੇ ਜਿਹੇ ਇੱਕ ਲਾਈਨ ਵਿੱਚ ਸਮਝਣਾ ਹੋਵੇ ਤਾਂ ਲੋਕ ਸਾਹਿਤ ਵਿੱਚ ਕਿਸੇ ਜਾਤੀ ਦਾ ਸੱਭਿਆਚਾਰ, ਭਾਵ ਕਿ ਲੋਕ ਇਹਦੇ ਵਿੱਚ ਜਾਤੀ ਦਾ ਸੱਭਿਆਚਾਰ, ਕਿਸੇ ਵੀ ਜਾਤੀ ਦਾ ਸੱਭਿਆਚਾਰ ਸ਼ਾਮਲ ਹੁੰਦਾ ਹੈ। ਉਹਦਾ ਰਹਿਣ ਸਹਿਣ, ਖਾਣ ਪੀਣ, ਸਭ ਕੁਛ ਇਹਦੇ ਵਿੱਚ ਜਿਹੜਾ ਆ ਉਹ ਆਉਂਦਾ ਆ, ਜਾਤੀ ਸੱਭਿਆਚਾਰ। ਦੂਜੀ ਗੱਲ ਮੂਲ ਪ੍ਰਵਿਰਤੀਆਂ, ਲੋਕ ਸਾਹਿਤ ਵਿੱਚ ਕਿਸੇ ਵੀ ਜਾਤੀ ਦੀਆਂ ਮੂਲ ਪ੍ਰਵਿਰਤੀਆਂ ਜਿਹੜੀਆਂ ਨੇ ਉਹ ਸ਼ਾਮਲ ਹੁੰਦੀਆਂ ਨੇ। ਮੂਲ ਪ੍ਰਵਿਰਤੀਆਂ ਕੀ ਆ? ਮਨੁੱਖ ਦੀ ਡਰ ਦੀ ਪ੍ਰਵਿਰਤੀ ਹੈ, ਪ੍ਰੇਮ ਦੀ ਹੈ, ਜਿੰਨੀਆਂ ਵੀ ਉਹਦੀਆਂ ਮੂਲ ਪ੍ਰਵਿਰਤੀਆਂ ਨੇ। ਡਰ ਕਰਕੇ ਹੀ ਉਹ ਜਿਹੜਾ ਉਹ ਵੱਖਰੇ ਵੱਖਰੇ ਅਨੁਸ਼ਠਾਨ ਕਰਦਾ ਹੈ, ਧਰਮ ਵਿੱਚ ਵਿਸ਼ਵਾਸ ਰੱਖਦਾ। ਲੋਕ ਵਿਸ਼ਵਾਸ ਮੂਲ ਪ੍ਰਵਿਰਤੀਆਂ 'ਚੋਂ ਜਨਮ ਲੈਂਦੇ ਨੇ। ਠੀਕ ਹੈ। ਲੋਕ ਸੱਭਿਆਚਾਰ ਦੇ ਵਿੱਚੋਂ ਸਾਰਾ ਕੁਝ ਜਨਮ ਲੈਂਦਾ, ਜਿਹੜੇ ਲੋਕ ਗੀਤ, ਸੁਹਾਗ, ਘੋੜੀਆਂ, ਸਿੱਠਣੀਆਂ, ਟਿੱਪਣੀਆਂ, ਇਹ ਸਾਰਾ ਕੁਝ ਜਿਹੜਾ ਇਹਦੇ ਵਿੱਚੋਂ ਲੋਕ ਸੱਭਿਆਚਾਰ 'ਚੋਂ ਉਪਜ ਰਿਹਾ। ਮੂਲ ਪ੍ਰਵਿਰਤੀਆਂ ਵਿੱਚੋਂ ਲੋਕ ਵਿਸ਼ਵਾਸ ਉਪਜ ਰਹੇ ਨੇ। ਇਸ ਤਰੀਕੇ ਦੇ ਨਾਲ ਸਮਾਜਿਕ ਪਰੰਪਰਾ, ਅਸੀਂ ਦੋ ਚੀਜ਼ਾਂ ਦੀ ਗੱਲ ਕੀਤੀ ਹੈ ਕਿ ਲੋਕ ਸਾਹਿਤ ਵਿੱਚ ਕਿਸੇ ਜਾਤੀ ਦਾ ਸੱਭਿਆਚਾਰ, ਮੂਲ ਪ੍ਰਵਿਰਤੀਆਂ। ਤੀਜੀ ਗੱਲ ਸਮਾਜਿਕ ਪਰੰਪਰਾ। ਸਮਾਜਿਕ ਪਰੰਪਰਾ ਦੇ ਵਿੱਚ ਜੋ ਰੀਤੀ ਰਿਵਾਜ ਨੇ, ਜੋ ਰਸਮਾਂ ਨੇ, ਠੀਕ ਹੈ, ਰੀਤੀ ਰਿਵਾਜ, ਵਿਆਹ ਨਾਲ ਸੰਬੰਧਿਤ, ਮੌਤ ਨਾਲ ਸੰਬੰਧਿਤ ਜੋ ਵੀ ਸਮਾਜਿਕ ਪਰੰਪਰਾਵਾਂ ਨੇ ਉਹ ਕਿਹਦੇ ਵਿੱਚ ਹੋਣਗੀਆਂ? ਲੋਕ ਸਾਹਿਤ ਵਿੱਚ। ਇਸ ਤੋਂ ਇਲਾਵਾ ਜਾਤੀ ਚਰਿੱਤਰ, ਕਿਸੇ ਵੀ ਜਾਤੀ ਬਾਰੇ, ਉਹਦੀ ਚਰਿੱਤਰ ਬਾਰੇ ਜਾਂ ਉਸ ਦੇ ਰੂਪ ਬਾਰੇ ਵੇਖਣਾ ਹੋਵੇ ਤਾਂ ਸਾਨੂੰ ਕਿੱਥੋਂ ਮਿਲੇਗਾ? ਕਿਹਦੇ ਵਿੱਚੋਂ ਰੂਪਮਾਨ ਹੋਏਗਾ? ਲੋਕ ਸਾਹਿਤ ਵਿੱਚ। ਸੋ ਲੋਕ ਸਾਹਿਤ ਕੀ ਹੈ? ਕਿਸੇ ਜਾਤੀ ਦਾ ਸੱਭਿਆਚਾਰ, ਮੂਲ ਪ੍ਰਵਿਰਤੀਆਂ, ਸਮਾਜਿਕ ਪ੍ਰਪੰਚ ਅਤੇ ਜਾਤੀ ਚਰਿੱਤਰ ਪੂਰੀ ਤਰ੍ਹਾਂ ਰੂਪਮਾਨ ਹੁੰਦਾ ਹੈ। ਉਸਨੂੰ ਅਸੀਂ ਕੀ ਕਹਿੰਦੇ ਹਾਂ? ਲੋਕ ਸਾਹਿਤ। ਔਰ ਲੋਕ ਸਾਹਿਤ ਨੂੰ ਹੀ ਆਧੁਨਿਕ ਸਾਹਿਤ ਦਾ ਸਿਰਜਕ ਲਈ ਵੀ ਵਰਤਿਆ ਜਾਂਦਾ ਹੈ, ਔਰ ਨਵੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ ਜਾਂਦੀਆਂ ਨੇ। ਸੋ ਵਿਸ਼ਿਸ਼ਟ ਸਾਹਿਤ ਲਈ ਮਹੱਤਵਪੂਰਨ ਕੀ ਹੈ? ਲੋਕ ਸਾਹਿਤ। ਉਮੀਦ ਹੈ ਤੁਹਾਨੂੰ ਲੋਕ ਸਾਹਿਤ ਵਿਸ਼ਿਸ਼ਟ ਸਾਹਿਤ ਵਿੱਚ ਅੰਤਰ ਜਿਹੜਾ ਉਹ ਸਮਝ ਆ ਗਿਆ ਹੋਵੇਗਾ, ਔਰ ਲੋਕ ਸਾਹਿਤ ਕਿਸ ਨੂੰ ਕਿਹਾ ਜਾਂਦਾ ਉਸ ਦੇ ਬਾਰੇ ਪਤਾ ਚੱਲ ਗਿਆ ਹੋਵੇਗਾ। ਅੱਗੇ ਜਿਹੜਾ ਆ ਉਹ ਲੋਕ ਸਾਹਿਤ ਜਿਹੜਾ ਆ ਉਹ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਆ, ਔਰ ਇਹ ਇੱਕ ਅਮੀਰ ਪਰੰਪਰਾ ਹੈ ਜੋ ਆਦਿ ਕਾਲ ਤੋਂ ਹੀ ਚੱਲੀ ਆ ਰਹੀ ਹੈ, ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚੀ ਹੈ। ਔਰ ਹੁਣ ਜਿਹੜਾ ਆ ਉਹ ਜਦੋਂ ਤੋਂ ਹੀ ਕਹਿ ਲਓ ਪ੍ਰੈਸ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ, ਜਾਂ ਕਹਿ ਲਓ ਲਿਖਤ ਰੂਪ ਵਿੱਚ, ਪਹਿਲਾਂ ਸਾਡੇ ਕੋਲ ਮੌਖਿਕ ਰੂਪ ਵਿੱਚ, ਹੁਣ ਸਾਡੇ ਕੋਲ ਲਿਖਤ ਰੂਪ ਵਿੱਚ ਵੀ ਸਾਡਾ ਪੁਰਾਤਨ ਸਾਹਿਤ ਜਿਹੜਾ ਉਹ ਸਾਡੇ ਕੋਲ ਜਿਹੜਾ ਆ ਉਪਲਬਧ ਹੈਗਾ, ਬਹੁਤ ਸਾਰੀਆਂ ਵੰਨਗੀਆਂ। ਅਤੇ ਜੇਕਰ ਲੋਕ ਸਾਹਿਤ ਦੀ ਭਾਗਾਂ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਸਾਰੇ ਲੋਕ ਸਾਹਿਤ ਨੂੰ 3 ਮੁੱਖ ਭਾਗਾਂ ਵਿੱਚ ਵੰਡਦੇ ਹਾਂ। ਪਹਿਲਾ ਹੈਗਾ ਲੋਕ ਗੀਤ, ਜਿਸ ਦੇ ਵਿੱਚ ਜਿਹੜੀਆਂ ਸਿੱਠਣੀਆਂ, ਘੋੜੀਆਂ, ਸੁਹਾਗ, ਸਾਡੇ ਕੋਲ ਇਹ ਸਾਰਾ ਕੁਝ ਜਿਹੜਾ ਆ, ਅਲਾਉਣੀਆਂ, ਟੋਲੇ ਟੱਪੇ, ਮਾਈਏ ਆਦਿ ਜਿਹੜੇ ਨੇ ਉਹ ਆਉਂਦੇ ਨੇ। ਇਸ ਤੋਂ ਇਲਾਵਾ ਲੋਕ ਬਿਰਤਾਂਤ ਕਾਵਿ, ਜਿਹਦੇ ਵਿੱਚ ਸਾਡੇ ਕੋਲ ਕਥਾਵਾਂ ਆਉਂਦੀਆਂ ਨੇ, ਜਿਸ ਦੇ ਮਿੱਥ ਕਥਾਵਾਂ ਨੇ, ਦੰਤ ਕਥਾਵਾਂ ਨੇ, ਲੋਕ ਕਹਾਣੀਆਂ, ਸਾਖੀਆਂ, ਬਾਤਾਂ, ਪਰੀਆਂ ਦੀਆਂ ਕਥਾਵਾਂ ਆਉਂਦੀਆਂ ਨੇ। ਔਰ ਤੀਜੇ ਭਾਗ ਵਿੱਚ ਸਾਡੇ ਕੋਲ ਅਖਾਣ, ਮੁਹਾਵਰੇ ਅਤੇ ਬੁਝਾਰਤਾਂ ਆਉਂਦੀਆਂ ਨੇ, ਜਿਨ੍ਹਾਂ ਬਾਰੇ ਅਸੀਂ ਜਿਹੜਾ ਅੱਗੋਂ ਲੋਕ ਗੀਤ ਅਤੇ ਲੋਕ ਬਿਰਤਾਂਤ ਕਾਵਿ ਸੰਬੰਧੀ ਅਗਲੀਆਂ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ, ਔਰ ਇਹਨਾਂ ਬਾਰੇ ਪੜ੍ਹਾਂਗੇ। ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।